ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਆਪ ਜੀ ਜਾਣਦੇ ਹੋ ਕਿ ਆਪਾਂ ਇਹ ਪ੍ਰੋਗਰਾਮ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਜਨਮ ਸ਼ਤਾਬਦੀ 400 ਸਾਲਾ 2021 ਵਿੱਚ ਜੋ ਆ ਰਹੀ ਹੈ ਉਸ ਨੂੰ ਸਮਰਪਿਤ ਸ਼ੁਰੂ ਕੀਤਾ ਹੈ। ਇਸ ਵਿੱਚ ਆਪਾਂ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ। ਪਹਿਲੇ ਤਿੰਨ ਸ਼ਬਦ ਜੋ ਗੌੜੀ ਰਾਗ ਦੇ ਵਿੱਚੋਂ ਪ੍ਰਾਪਤ ਹੁੰਦੇ ਆ, ਆਪ ਜੀ ਸਰਵਣ ਕਰਕੇ ਆਏ ਹੋ। ਚੌਥੇ ਸ਼ਬਦ ਦੀ ਵਿਚਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ। ਮੈਂ ਜਸਵਿੰਦਰ ਸਿੰਘ, ਤੁਸੀਂ ਵੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ। ਜੁੜੇ ਰਹੋ ਇਸੇ ਤਰ੍ਹਾਂ। ਆਓ ਫਤਿਹ ਦੀ ਸਾਂਝ ਪਾ ਕੇ ਵਿਚਾਰ ਆਪਾਂ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਆਪਾਂ ਪਹਿਲੇ ਹਿੱਸੇ ਵਿੱਚ ਇਹ ਸਮਝ ਕੇ ਆਏ ਹਾਂ ਬਈ ਧੰਨ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਨੂੰ ਸਮਝਣ ਦੇ ਲਈ ਸਾਨੂੰ ਸਮਕਾਲੀ ਹਾਲਾਤਾਂ ਨੂੰ ਸਮਝਣਾ ਪੈਣਾ ਆ। ਉਹਦੇ ਨਾਲ ਨਾਲ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜੋ ਹਾਲਾਤ ਬਣੇ ਉਹਨਾਂ ਨੂੰ ਸਮਝਣਾ ਪੈਣਾ ਆ। ਫਿਰ ਕਿਤੇ ਜਾ ਕੇ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਉਹਨੂੰ ਸਹੀ ਅਰਥਾਂ ਦੇ ਵਿੱਚ ਸਮਝ ਸਕਦੇ ਹਾਂ। ਨਹੀਂ ਤਾਂ ਜਿਸ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਆਖਿਆ ਕੀਤੀ ਜਾ ਰਹੀ ਹੈ, ਉਹ ਵਿਆਖਿਆ ਜ਼ਿਆਦਾਤਰ ਸਿੱਖ ਮਨਾਂ ਨੂੰ ਉਪਰਾਮਤਾ ਵਾਲੇ ਪਾਸੇ ਲੈ ਕੇ ਜਾਂਦੀ ਹੈ। ਗੁਰਬਾਣੀ ਦਾ ਕਾਰਨ, ਗੁਰਬਾਣੀ ਦਾ ਮਨੋਰਥ ਪੜ੍ਹਨ ਵਾਲੇ ਦੇ ਮਨ ਨੂੰ ਉਪਰਾਮਤਾ ਵੱਲ ਲੈ ਕੇ ਜਾਣਾ ਨਹੀਂ ਹੁੰਦਾ, ਬਲਕਿ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੁੰਦਾ ਆ। ਤੇ ਪਾਵਨ ਬਾਣੀ ਦਾ ਇਹੀ ਪ੍ਰਯੋਜਨ ਆ। ਜਿੱਥੋਂ ਵੀ ਆਪਾਂ ਬਾਣੀ ਦਾ ਪਾਠ ਕਰਦੇ ਹਾਂ, ਹਰ ਥਾਂ ਤੋਂ ਬਾਣੀ ਸਾਨੂੰ ਪ੍ਰੇਰਨਾ ਦਿੰਦੀ ਆ, ਚੜ੍ਹਦੀ ਕਲਾ ਦਿੰਦੀ ਆ, ਹੌਸਲਾ ਦਿੰਦੀ ਆ, ਹਿੰਮਤ ਦਿੰਦੀ ਆ, ਸੂਰਮ ਗਤੀ ਦੀ ਦਾਤ ਦਿੰਦੀ ਆ, ਸਾਡੇ ਅੰਦਰ ਇੱਕ ਸਾਹਸ ਪੈਦਾ ਕਰਦੀ ਆ, ਜਿਸ ਦੇ ਨਾਲ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਾਂ ਫਿਰ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹਦੇ ਲਈ ਸਾਡੇ ਅੰਦਰ ਇੱਕ ਸਵੈ ਭਰੋਸਾ ਪੈਦਾ ਹੁੰਦਾ ਆ, ਇੱਕ ਸਵੈ ਮਾਣ ਪੈਦਾ ਹੁੰਦਾ ਆ, ਜਿਸ ਦੇ ਨਾਲ ਫਿਰ ਸਾਨੂੰ ਇਹ ਪ੍ਰਤੀਤ ਹੁੰਦੀ ਹੈ ਕਿ ਜੀਵਨ ਸਾਡਾ ਆ, ਜ਼ਿੰਦਗੀ ਸਾਡੀ ਆ। ਗੁਰਬਾਣੀ ਤੋਂ ਸੇਧ ਲੈ ਕੇ ਇਹ ਸਫਲ ਵੀ ਸਾਨੂੰ ਆਪ ਹੀ ਬਣਾਉਣੀ ਪਏਗੀ। ਕੋਈ ਦੂਜਾ ਘੋਲ ਕੇ ਮੰਤਰ ਸਾਨੂੰ ਨਹੀਂ ਦੇ ਸਕਦਾ। ਕੋਈ ਦੂਜਾ ਸਾਡੇ ਲਈ ਮੰਤਰ ਪੜ੍ਹ ਕੇ, ਮੰਤਰ ਜਾਪ ਕਰਕੇ ਸਾਡੇ ਜੀਵਨ ਨੂੰ ਉੱਚਾ ਚੁੱਕਣ ਦੀ ਗੱਲ ਕਰੇ। ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਬੇਬੁਨਿਆਦ ਆਖਿਆ ਹੈ। ਜਦੋਂ ਗੁਰਬਾਣੀ ਇਹ ਫੈਸਲਾ ਦੇ ਦਿੰਦੀ ਆ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ, ਉੱਥੇ ਫਿਰ ਸਾਨੂੰ ਇਹ ਪੱਕਿਆਂ ਹੋ ਜਾਂਦਾ ਆ ਬਈ ਜ਼ਿੰਦਗੀ ਸਾਡੀ ਤੇ ਇਹ ਸਵਾਰਨੀ ਵੀ ਸਾਨੂੰ ਆਪ ਪੈਣੀ ਆ। ਹਾਂ, ਸੇਧ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਪੈਣੀ ਆ। ਜੇ ਗੁਰਬਾਣੀ ਤੋਂ ਸੇਧ ਨਹੀਂ ਲਵਾਂਗੇ, ਅਸੀਂ ਆਪਣੀ ਮੱਤ ਨੂੰ ਅੱਗੇ ਰੱਖ ਕੇ ਚੱਲਾਂਗੇ, ਫਿਰ ਅਸੀਂ ਮਨਮਤੀਏ ਹੋ ਜਾਵਾਂਗੇ, ਫਿਰ ਅਸੀਂ ਆਪਣੇ ਮਨ ਦੀ ਮੱਤ ਪਿੱਛੇ ਤੁਰਨ ਵਾਲੇ ਹੋ ਜਾਵਾਂਗੇ। ਜਦ ਕਿ ਅਸੀਂ ਗੁਰੂ ਦੀ ਮੱਤ ਪਿੱਛੇ ਤੁਰਨਾ ਆ, ਗੁਰੂ ਤੋਂ ਸੇਧ ਲੈ ਕੇ ਤੁਰਨਾ ਆ। ਆਪਣੀ ਜ਼ਿੰਦਗੀ ਲਈ ਅਗਵਾਈ ਦੀ ਘਾਟ ਤਾਂ ਆਪ ਘੜਨੀ ਆ, ਪਰ ਹਾਂ ਚਾਨਣ ਅਸੀਂ ਗੁਰਬਾਣੀ ਤੋਂ ਲੈਣਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਰਾਤ ਦੇ ਹਨੇਰੇ ਵਿੱਚ ਤੁਸੀਂ ਸਫ਼ਰ ਕਰਨਾ ਹੋਵੇ ਤੇ ਕਾਰ ਤੁਸੀਂ ਕੱਢਦੇ ਹੋ, ਆਪਣੀ ਵਹੀਕਲ ਜੋ ਵੀ ਤੁਹਾਡੇ ਕੋਲ ਬਾਈਕ ਹੈ ਜਾਂ ਕਾਰ ਆ, ਜਿਹਦੇ ਤੁਸੀਂ ਜਾ ਰਹੇ, ਬੇਸ਼ੱਕ ਤੁਸੀਂ ਪੈਦਲ ਜਾ ਰਹੇ ਹੋ, ਹਨੇਰਾ ਬਹੁਤਾ ਆ, ਤੁਹਾਡੇ ਹੱਥ ਵਿੱਚ ਟਾਰਚ ਆ ਤੇ ਟਾਰਚ ਜਿਹੜੀ ਤੁਹਾਡੇ ਹੱਥ ਵਿੱਚ ਆ ਉਹਨੂੰ ਤੁਸੀਂ ਔਨ ਕਰਦੇ ਆ। ਟਾਰਚ ਦਾ ਕੰਮ ਹੁੰਦਾ ਚਾਨਣ ਦੇਣਾ। ਟਾਰਚ ਦੇ ਚਾਨਣ ਦੇ ਵਿੱਚ ਤੁਸੀਂ ਰਸਤਾ ਲੱਭਣਾ ਹੁੰਦਾ ਤੇ ਉਹਦੇ ਉੱਪਰ ਚੱਲਣਾ ਹੁੰਦਾ। ਰਾਹ ਲੱਭਣਾ ਵੀ ਆਪ ਹੁੰਦਾ, ਰਾਹ ਉੱਪਰ ਚੱਲਣਾ ਵੀ ਤੁਹਾਨੂੰ ਆਪ ਪੈਂਦਾ। ਟਾਰਚ ਕੇਵਲ ਚਾਨਣ ਦਿੰਦੀ ਆ ਤੇ ਚਾਨਣ ਤੁਹਾਨੂੰ ਇਹ ਦੱਸ ਦਿੰਦਾ ਵੀ ਕੰਡੇ ਕਿੱਥੇ ਆ, ਰੋੜੇ ਕਿੱਥੇ ਆ, ਟੋਏ ਕਿੱਥੇ ਆ ਤੇ ਪੱਧਰਾ ਰਾਹ ਕਿਹੜੀ ਥਾਂ ਤੇ ਆ। ਚਾਨਣ ਸਾਨੂੰ ਇਹ ਪ੍ਰਤੀਤ ਕਰਾ ਦਿੰਦਾ, ਵੇਖਣਾ ਅਸੀਂ ਹੁੰਦਾ ਆ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਡੀ ਅਗਵਾਈ ਕਰਦੀ ਹੈ, ਸਾਨੂੰ ਸਮਝਾ ਕੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੇ ਉੱਪਰ ਨਜ਼ਰ ਪਾ ਕੇ ਜੋ ਜਿਉਣ ਦੇ ਵੱਖੋ ਵੱਖਰੇ ਤਰੀਕੇ ਜਾਂ ਜੀਵਨ ਜਾਂਚਾਂ ਸੰਸਾਰ 'ਚ ਵੱਖ-ਵੱਖ ਘੜੀਆਂ ਗਈਆਂ, ਭਾਵੇਂ ਉਹ ਜੀਵਨ ਜਾਂਚ ਜੋਗੀਆਂ ਵਾਲੀ ਸੀ, ਭਾਵੇਂ ਉਹ ਪੰਡਤਾਂ ਵਾਲੀ ਸੀ, ਭਾਵੇਂ ਉਹ ਮੌਲਵੀਆਂ ਵਾਲੀ ਸੀ, ਭਾਵੇਂ ਉਹ ਜਿਹੜੇ ਜੈਨੀ ਸਰੇਵੜੇ ਆ ਉਹਨਾਂ ਵਾਲੀ ਸੀ ਜਾਂ ਕਿਸੇ ਵਾਲੀ ਸੀ, ਉਹਨਾਂ ਵੱਖ-ਵੱਖ ਜੀਵਨ ਜਾਂਚਾਂ ਨੂੰ ਸਾਹਮਣੇ ਰੱਖ ਕੇ ਗੁਰੂ ਸਾਹਿਬ ਨੇ ਅਧਿਐਨ ਕਰਕੇ ਸਾਨੂੰ ਦੱਸਿਆ ਆ ਬਈ ਇਹ ਵੀ ਮਾਰਗ ਹੈਗੇ ਆ ਤੇ ਇੱਕ ਗੁਰੂ ਦਾ ਦੱਸਿਆ ਹੋਇਆ ਮਾਰਗ ਵੀ ਹੈਗਾ, ਜਿਹਦੇ ਉੱਪਰ ਚੱਲ ਕੇ ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ। ਇਸ ਮਾਰਗ ਉੱਪਰ ਚੱਲ ਕੇ ਤੁਸੀਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਹਦੇ ਧਾਰਨੀ ਹੋ ਸਕਦੇ ਆ। ਸੋ ਇਹ ਆਪਾਂ ਵੇਖਣਾ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਿਸ ਤਰੀਕੇ ਨਾਲ ਕਰ ਰਹੇ ਹਾਂ, ਕਿਸ ਰੂਪ 'ਚ ਕਰ ਰਹੇ ਹਾਂ। ਖੈਰ, ਸੋ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਆਪਾਂ ਕਰ ਰਹੇ ਹਾਂ। ਚੌਥਾ ਸ਼ਬਦ ਆਪਾਂ ਅੱਜ ਸਮਝਾਂਗੇ। ਪਹਿਲਾਂ ਆਪਾਂ ਮੂਲ ਪਾਠ ਕਰਕੇ ਉਚਾਰਨ ਸੇਧਾਂ ਲੈ ਲਈਏ ਜੀ। ਗੌੜੀ ਮਹਲਾ ਨਾਵਾ। ਸਾਧੋ ਇਹ ਮਨ ਗਹਿਓ ਨਾ ਜਾਈ,
ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਰਹਾਉ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਿਹ ਸੁਧ ਸਭ ਵਿਸਰਾਈ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਉ ਕਛ ਨ ਬਸਾਈ। ਜੋਗੀ ਜਤਨ ਕਰਤ ਸਭ ਹਾਰੇ, ਗੁਨੀ ਰਹੇ ਗੁਣ ਗਾਈ। ਜਨ ਨਾਨਕ ਹਰ ਭਏ ਦਇਆਲਾ, ਤਉ ਸਭ ਬਿਧ ਬਨ ਆਈ। ਇਹ ਚੌਥਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੌੜੀ ਰਾਗ ਦੇ ਅੰਦਰ ਚੌਥਾ ਸ਼ਬਦ ਜੋ ਦਰਜ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਸੰਖੇਪ ਜਿਹੇ ਭਾਵ ਵਿੱਚ ਦੋ ਪਦਿਆਂ ਵਾਲੇ ਇਸ ਸ਼ਬਦ ਦੇ ਅੰਦਰ ਇੱਕ ਬਹੁਤ ਅਹਿਮ ਨੁਕਤੇ ਉੱਪਰ ਗੱਲ ਕੀਤੀ ਆ। ਸਤਿਗੁਰੂ ਨੇ ਮਨ ਤੇ ਗੱਲ ਕੀਤੀ ਆ, ਮਨ ਦੇ ਟਿਕਾਅ ਤੇ ਗੱਲ ਕੀਤੀ ਆ, ਮਨ ਦੀ ਦੌੜ ਭੱਜ ਤੇ ਗੱਲ ਕੀਤੀ ਆ, ਮਨ ਦੌੜ ਭੱਜ ਨੂੰ ਤਿਆਗ ਕੇ ਟਿਕੇਗਾ ਕਿਵੇਂ, ਇਸ ਵਿਸ਼ੇ ਤੇ ਗੱਲ ਕੀਤੀ ਆ। ਤੇ ਇਹ ਸਮਝਣਾ ਬੜਾ ਲਾਜ਼ਮੀ ਹੈ ਆਪਣੇ ਲਈ, ਕਿਉਂਕਿ ਇਹ ਮਸਲਾ ਹਰ ਇੱਕ ਦੇ ਜੀਵਨ ਵਿੱਚ ਬਣਿਆ ਹੋਇਆ। ਬੜੇ ਪਾਠ ਕਰਨ ਵਾਲਿਆਂ ਨੂੰ, ਗੁਰਬਾਣੀ ਨਾਲ ਜੁੜੇ ਹੋਇਆਂ ਨੂੰ ਅਸੀਂ ਵੇਖਦੇ ਹਾਂ, ਉਹ ਸਾਨੂੰ ਜਦੋਂ ਅਸੀਂ ਜਾਂਦੇ ਹਾਂ ਕਥਾ ਕਰਨ, ਸੰਗਤ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਉਣ, ਤਾਂ ਕਈ ਲੋਕਾਂ ਦਾ ਸਵਾਲ ਹੁੰਦਾ ਜੀ ਵੀ ਪਾਠ ਕਰਦੇ ਆ ਮਨ ਨਹੀਂ ਟਿਕਦਾ, ਗੁਰਦੁਆਰੇ ਆਉਂਦੇ ਆ ਤਾਂ ਵੀ ਮਨ ਕਈ ਵਾਰੀ ਭਟਕ ਜਾਂਦਾ, ਇੱਧਰ ਉੱਧਰ ਹੋ ਜਾਂਦਾ ਆ, ਕੀਰਤਨ ਸੁਣਦੇ ਆ ਮਨ ਟਿਕ ਜਾਂਦਾ, ਕਦੀ ਕਦਾਈ ਮਨ ਫਿਰ ਉੱਥੇ ਵੀ ਭਟਕ ਜਾਂਦਾ, ਇੱਧਰ ਉੱਧਰ ਹੋ ਜਾਂਦਾ ਆ, ਮਨ ਟਿਕਦਾ ਨਹੀਂ ਆ। ਦੱਸੋ ਮਨ ਟਿਕਾਉਣ ਦਾ ਕੋਈ ਤਰੀਕਾ? ਹੁਣ ਉਹ ਤਰੀਕਾ ਆ ਜਿਹੜਾ, ਉਹ ਤਰੀਕਾ ਇੱਥੇ ਦੱਸਿਆ ਹੋਇਆ ਹੈ ਨੌਵੇਂ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਸਾਧੋ ਇਹ ਮਨ ਗਹਿਓ ਨਾ ਜਾਈ। ਪਹਿਲਾਂ ਆਪਾਂ ਇਹਦਾ ਉਚਾਰਨ ਲੈ ਲਈਏ। ਸਾਧੋ ਇੱਥੇ ਵਿਸ਼ਰਾਮ ਦੇਣਾ। ਇਹ ਮਨ, ਇਹੋ ਮਨੋ ਪਾਠ ਨਹੀਂ ਕਰਨਾ ਤੁਸੀਂ। ਇਹ ਮਨ, ਇਹ ਦੇ ਹਾਹੇ ਨੂੰ ਵੀ ਔਂਕੜਿਆ, ਮਨ ਦੇ ਨੰਨੇ ਨੂੰ ਵੀ ਔਂਕੜਿਆ। ਇਹ ਹਾਹੇ ਤੇ ਨੰਨੇ ਨੂੰ ਆਇਆ ਹੋਇਆ ਔਂਕੜ ਇੱਕ ਵਚਨ ਪੁਲਿੰਗ ਸਰੂਪ ਦਾ ਲਖਾਇਕ ਆ, ਉਚਾਰਨ ਦਾ ਹਿੱਸਾ ਨਹੀਂ ਹੈ। ਇਹੋ ਮਨ ਨਹੀਂ ਤੁਸੀਂ ਪੜ੍ਹਨਾ, ਇਹ ਮਨ ਗਹਿਓ ਨਾ ਜਾਈ। ਜੇ ਇਹੋ ਮਨ ਪੜ੍ਹਦੇ ਹੋ ਤਾਂ ਥੋੜ੍ਹਾ ਜਿਹਾ ਧਿਆਨ ਦੇਣਾ, ਮੰਮੇ ਦੇ ਨੰਨੇ ਨੂੰ ਵੀ ਔਂਕੜ ਲੱਗਿਆ ਹੋਇਆ, ਫਿਰ ਇਹੋ ਮਨੋ ਕਿਉਂ ਨਹੀਂ ਪੜ੍ਹਦੇ ਆ ਤੁਸੀਂ? ਇੱਕ ਥਾਂ ਤੇ ਔਂਕੜ ਬੋਲ ਜਾਂਦੇ ਆ, ਇੱਕ ਥਾਂ ਤੇ ਛੱਡ ਜਾਂਦੇ ਆ। ਸੋ ਇਹ ਚੇਤਾ ਰੱਖਣਾ ਬਣਦਾ ਆ। ਜੇ ਨਿਯਮ ਕੋਈ ਲੈ ਕੇ ਚੱਲੇ ਆ ਤਾਂ ਥੋੜ੍ਹਾ ਜਿਹਾ ਉਹਨੂੰ ਸਮਝ ਲਿਆ ਕਰੋ ਵੀ ਇਹ ਕਾਰਨ ਕੀ ਹੈ। ਇੱਕ ਵਚਨ ਪੁਲਿੰਗ ਦਾ ਸਰੂਪ ਦਾ ਲਖਾਇਕ ਹੈਗਾ ਅੰਤ ਔਂਕੜ ਜਦੋਂ ਨਾਮ ਨੂੰ ਆ ਜਾਂਦਾ ਆ, ਇਸ ਲਈ ਅਸੀਂ ਉਸ ਦਾ ਉਚਾਰਨ ਨਹੀਂ ਕਰਦੇ ਹਾਂ। ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਚੰਚਲ ਤ੍ਰਿਸ਼ਨਾ, ਸੱਸੇ ਪੈਰ ਬਿੰਦੀ ਲਾ ਕੇ, ਤ੍ਰਿਸ਼ਨਾ, ਤ੍ਰਿਸ਼ਨਾ ਨਹੀਂ ਪਾਠ ਕਰਨਾ, ਤ੍ਰਿਸ਼ਨਾ ਸੱਸੇ ਪੈਰ ਬਿੰਦੀ ਲਾ ਕੇ ਪਾਠ ਕਰਨਾ ਹੈ। ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਇੱਥੇ ਵਿਸ਼ਰਾਮ ਦੇਣਾ ਆ। ਜਿਹ ਸੁਧ ਸਭ ਵਿਸਰਾਈ, ਇਹਨੂੰ ਜਹ ਸੁਧ ਨਹੀਂ ਪੜ੍ਹਨਾ, ਜੱਜੇ ਸਿਹਾਰੀ ਹਾਹਾ। ਇਹ ਸ਼ਬਦ ਗੁਰਬਾਣੀ 'ਚ ਪੜਨਾਵੀ ਰੂਪ 'ਚ ਬੜੀਆਂ ਥਾਵਾਂ ਤੇ ਵਰਤਿਆ ਗਿਆ। ਬੜੇ ਵੀਰ ਭਾਈ ਭੈਣਾਂ ਮਾਤਾਵਾਂ ਇਹਦਾ ਪਾਠ ਕਰਨ ਵੇਲੇ ਇਹਨੂੰ ਜਿਹ ਪੜ੍ਹਨ ਦੀ ਥਾਂ ਤੇ ਜਹ ਜਹ ਪੜ੍ਹਦੇ ਆ। ਆਮ ਤੌਰ ਤੇ ਸੁਖਮਨੀ ਸਾਹਿਬ ਬਾਣੀ ਦਾ ਪਾਠ ਤੁਸੀਂ ਕਰਦੇ ਆ, ਉਹਦੇ ਅੰਦਰ ਇਹ ਸ਼ਬਦ ਬੜੀ ਵਾਰ ਰਿਪੀਟ ਹੋਇਆ, ਜਿੱਥੇ ਲਿਖਿਆ ਹੋਇਆ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ। ਉਹ ਜਿੱਥੇ ਵੀ ਜਿਹ ਪ੍ਰਸਾਦ ਸ਼ਬਦ ਆਉਂਦਾ ਆ, ਉਹਨੂੰ ਵਧੇਰੇ ਕਰਕੇ ਜਹ 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 ਪੜ੍ਹਦੇ ਆ। ਅਸਲ ਵਿੱਚ ਇਹ ਸ਼ਬਦ ਹੈਗਾ ਪ੍ਰਣਾਮ, ਪ੍ਰਣਾਮੀ ਸ਼ਬਦ ਆ, ਤੇ ਇਹਦਾ ਅਰਥ ਨਿਕਲਣਾ ਆ ਜਿਸ ਦੀ ਜਾਂ ਜਿਸ। ਇਹਨੂੰ ਪੜ੍ਹਨਾ ਆ ਅਸੀਂ ਜਿਹ, ਜੱਜੇ ਸਿਹਾਰੀ ਹਾਹਾ ਮੁਕਤਾ। ਜੱਜੇ ਲਾਵਾਂ ਹੁੰਦਾ ਜੇ, ਜੱਜੇ ਸਿਹਾਰੀ ਜੇ, ਤੇ ਹਾਹਾ ਮੁਕਤਾ ਦਾ ਉਚਾਰਨ ਹ। ਇਹਦਾ ਉਚਾਰਨ ਬਣੇਗਾ ਜਿਹ। ਇਹ ਉਚਾਰਨ ਆਪਾਂ ਕਰਨਾ ਆ। ਜਿਹ ਸਭ ਸੁਧ, ਸੁਧ ਸਭ ਵਿਸਰਾਈ। ਗਿਆਨ ਰਤਨ ਸਭ ਕੋ ਹਿਰ ਲੀਨਾ, ਇੱਥੇ ਵਿਸ਼ਰਾਮ। ਤਾਸਿਉ ਕਛ ਨਾ ਬਸਾਈ, ਤਾਸਿਉ ਸਿਉ ਕਛ ਨਾ ਬਸਾਈ। ਜੋਗੀ ਯਤਨ ਕਰਤ ਸਭ ਹਾਰੇ, ਇੱਥੇ ਵਿਸ਼ਰਾਮ। ਗੁਨੀ ਰਹੇ ਗੁਣ ਗਾਈ। ਜਨ ਨਾਨਕ, ਇੱਥੇ ਵਿਸ਼ਰਾਮ। ਹਰ ਭਏ ਦਇਆਲਾ, ਵਿਸ਼ਰਾਮ। ਤਉ ਸਭ ਬਿਧ ਬਨ ਆਈ। ਸੋ ਇਹ ਸੀ ਉਚਾਰਨ ਦੇ ਸੰਬੰਧ 'ਚ ਬੇਨਤੀ। ਹੁਣ ਆਪਾਂ ਇਸ ਦੀ ਵਿਆਖਿਆ ਵਾਲੇ ਪਾਸੇ ਆਈਏ। ਸਾਧੋ ਇਹ ਮਨ ਗਹਿਓ ਨਾ ਜਾਈ। ਸਾਧੋ ਦਾ ਅਰਥ ਆਪਾਂ ਸਮਝ ਚੁੱਕੇ ਹੋਏ ਹਾਂ। ਸੰਬੋਧਨੀ ਸ਼ਬਦ ਆ ਹੇ ਭਾਈ, ਇਹ ਮਨ ਗਹਿਓ ਨਾ ਜਾਈ। ਇਹ ਜਿਹੜਾ ਮਨ ਆ, ਤੁਸੀਂ ਕਹਿੰਦੇ ਹੋ ਵੀ ਗਹਿਓ ਨਾ ਜਾਈ, ਇਹ ਫੜਿਆ ਨਹੀਂ ਜਾਂਦਾ। ਫੜੇ ਜਾਣ ਤੋਂ ਭਾਵ ਵੀ ਇਹ ਟਿਕਦਾ ਨਹੀਂ ਆ, ਇਹ ਸਾਡੇ ਕਾਬੂ 'ਚ ਨਹੀਂ ਆਉਂਦਾ, ਇਹ ਸਾਡੇ ਵੱਸ 'ਚ ਨਹੀਂ ਆਉਂਦਾ। ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਤੁਰਦਾ ਨਹੀਂ ਆ। ਇਹਦਾ ਕਾਰਨ ਕੀ ਹੈ? ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਇਹ ਸਾਰੇ ਕਹਿੰਦੇ ਆ, ਬਹੁਤੇ ਲੋਕ ਕਹਿੰਦੇ ਹੋ ਬਈ ਮਨ ਗਹਿਓ ਨਾ ਜਾਈ, ਮਨ ਟਿਕਦਾ ਨਹੀਂ, ਮਨ ਵੱਸ ਵਿੱਚ ਨਹੀਂ ਆਉਂਦਾ, ਮਨ ਫੜਿਆ ਨਹੀਂ ਜਾਂਦਾ। ਪਰ ਕਦੀ ਮਨ ਉੱਪਰ ਕੰਮ ਕੀਤਾ ਤੁਸੀਂ ਵੀ ਮਨ ਦੀ ਇਹ ਹਾਲਤ ਹੋਈ ਕਿਉਂ ਆ? ਕਾਰਨ ਲੱਭਿਆ? ਕਾਰਨ ਵਾਲੇ ਪਾਸੇ ਨਹੀਂ ਜਾਂਦੇ। ਆਪਣੇ ਨਾਲ ਬਹੁਤੇ ਲੋਕਾਂ ਦੀ ਹਾਲਤ ਇਹ ਆ
ਵੀ ਜਦੋਂ ਧਰਮ ਦੇ ਖੇਤਰ ਦੇ ਵਿੱਚ ਕੋਈ ਗੱਲ ਕਰਨੀ ਹੁੰਦੀ ਆ, ਫਿਰ ਉੱਥੇ ਆਪਣੇ ਆਪ ਨੂੰ ਹੀ ਹਰ ਕੋਈ ਵਿਦਵਾਨ ਸਮਝ ਕੇ ਬੈਠ ਜਾਂਦਾ ਵੀ ਮੈਨੂੰ ਇਹ ਸਭ ਪਤਾ ਆ। ਤੇ ਵੱਖ-ਵੱਖ ਖੇਤਰਾਂ ਵਿੱਚ ਜਦੋਂ ਅਸੀਂ ਜਾਂਦੇ ਹਾਂ, ਉੱਥੇ ਜਾ ਕੇ ਭੋਲੇ ਜਿਹੇ ਬਣ ਕੇ ਬੈਠ ਜਾਂਦੇ ਹਾਂ। ਕੋਈ ਪੁਲਿਸ ਇੰਸਪੈਕਟਰ ਸਾਹਮਣੇ ਆ ਜਾਏ, ਉਹ ਗੱਲ ਕਰੇ ਤੇ ਐਂ ਭੋਲੇ ਜਿਹੇ ਹੋ ਕੇ ਬੈਠ ਜਾਂਦੇ ਨੇ, ਉੱਥੇ ਨਹੀਂ ਕੋਈ ਬੋਲਦਾ। ਕੋਈ ਡਾਕਟਰ ਆ ਜਾਏ ਵੱਡਾ ਸੀਨੀਅਰ, ਤੇ ਉੱਥੇ ਐਂ ਮਤਲਬ ਬਣ ਕੇ ਬੈਠ ਜਾਣਗੇ ਚੁੱਪ ਕਰਕੇ। ਤੇ ਜਿੱਥੇ ਕਿਤੇ ਧਰਮ ਦੀ ਗੱਲ ਹੋਵੇ, ਉੱਥੇ ਫਿਰ ਸਾਰੇ ਆਪੋ ਆਪਣੀ ਮੱਤ ਝਾੜਨ ਬੈਠ ਜਾਂਦੇ ਆ। ਭਾਈ ਥੋੜਾ ਗੁਰੂ ਦੀ ਮੱਤ ਨੂੰ ਸਮਝੋ। ਗੁਰੂ ਸਾਨੂੰ ਕੀ ਸਮਝਾ ਰਹੇ ਨੇ? ਇਹ ਮਨ ਗਹਿਓ ਨਾ ਜਾਈ, ਇਹਦਾ ਅਰਥ ਇਹ ਨਹੀਂ ਵੀ ਗੁਰੂ ਸਾਹਿਬ ਕਹਿ ਰਹੇ ਨੇ ਮਨ ਗਹਿਆ ਨਹੀਂ ਜਾ ਸਕਦਾ ਨਾ। ਗੁਰੂ ਸਾਹਿਬ ਕਿੱਥੇ ਕਹਿੰਦੇ ਆ? ਗੁਰੂ ਸਾਹਿਬ ਤੇ ਬਾਣੀ 'ਚ ਕਹਿੰਦੇ ਇਹ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਗੁਰੂ ਸਾਹਿਬ ਤਾਂ ਬਾਣੀ 'ਚ ਕਹਿੰਦੇ ਮਨ ਜੀਤੈ ਜਗ ਜੀਤ। ਗੁਰੂ ਸਾਹਿਬ ਤਾਂ ਬਾਣੀ 'ਚ ਕਹਿੰਦੇ ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹੇ। ਗੁਰੂ ਸਾਹਿਬ ਨੇ ਤੇ ਬਾਣੀ 'ਚ ਆਖਿਆ ਭਾਈ ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਫਿਰ ਗੁਰੂ ਸਾਹਿਬ ਇਹ ਕਿਵੇਂ ਕਹਿ ਸਕਦੇ ਆ ਇਹ ਮਨ ਗਹਿਓ ਨਾ ਜਾਈ? ਦਰਅਸਲ ਗੁਰੂ ਸਾਹਿਬ ਇਹ ਸਾਡੀ ਗੱਲ ਕਰ ਰਹੇ ਨੇ ਇੱਥੇ ਵੀ ਤੁਸੀਂ ਲੋਕੀ ਕਹਿੰਦੇ ਆ ਨਾ ਮਨ ਗਹਿਓ ਨਾ ਜਾਈ, ਇਹ ਮਨ ਫੜਿਆ ਨਹੀਂ ਜਾਂਦਾ, ਇਹ ਮਨ ਗਹਿਆ ਨਹੀਂ ਜਾਂਦਾ, ਇਹ ਸਾਡੇ ਕਾਬੂ 'ਚ ਨਹੀਂ ਆਉਂਦਾ, ਇਹ ਟਿਕਦਾ ਨਹੀਂ ਇੱਕ ਥਾਂ ਤੇ। ਇਹਦਾ ਕਾਰਨ ਕੀ ਹੈ? ਤੁਸੀਂ ਕਾਰਨ ਲੱਭਣ ਦੀ ਕੋਸ਼ਿਸ਼ ਕਰੋ। ਕਿਉਂ ਨਹੀਂ ਟਿਕਦਾ? ਮਨ ਤੁਹਾਡਾ ਆ, ਲੱਭਣਾ ਵੀ ਤੁਹਾਨੂੰ ਪਏਗਾ ਟਿਕਦਾ ਕਿਉਂ ਨਹੀਂ ਆ। ਹੁਣ ਤੁਹਾਡੇ ਘਰ 'ਚ ਕਿਸੇ ਥਾਂ ਤੇ ਹੈ ਨਾ ਕੋਈ ਚੀਜ਼ ਪਈ ਹੋਵੇ ਇੱਦਾਂ ਦੀ ਜਿਹਦੇ ਕਰਕੇ ਗੰਦਗੀ ਦੁਰਗੰਧ ਆ ਰਹੀ ਹੋਵੇ, ਤੇ ਹੁਣ ਉਹ ਤੁਸੀਂ ਦੁਰਗੰਧ ਆ ਰਹੀ ਹੈ ਘਰੇ ਹੈ ਨਾ, ਤੁਸੀਂ ਆਰਕੀਟੈਕਚਰ ਕੋਲ ਚਲੇ ਗਏ ਜਿਸ ਨੇ ਨਕਸ਼ਾ ਬਣਾ ਕੇ ਦਿੱਤਾ ਸੀ, ਤੇ ਉਹਨੂੰ ਆਰਕੀਟੈਕਚਰ ਨੂੰ ਜਾ ਕੇ ਆਖਿਆ ਵੀ ਦੇਖੋ ਭਾਈ ਸਾਹਿਬ ਅਸੀਂ ਤੁਸੀਂ ਨਕਸ਼ਾ ਬਣਾ ਕੇ ਦਿੱਤਾ ਤੇ ਉਹਦੇ ਮੁਤਾਬਕ ਘਰ ਪਾਇਆ ਵਾ, ਤੇ ਹੁਣ ਫਲਾਣੇ ਕਮਰੇ 'ਚੋਂ ਦੁਰਗੰਧੀ ਆ ਰਹੀ, ਉਹਦਾ ਹੱਲ ਦੱਸੋ। ਚਲੋ ਠੀਕ ਕਰਕੇ ਆਓ ਉਹਨੂੰ ਜਾ ਕੇ, ਤੇ ਫਿਰ ਉਹ ਆਰਕੀਟੈਕਚਰ ਜਦ ਹੀ ਉੱਠ ਕੇ ਆ ਜਾਏਗਾ ਇੱਕਦਮ। ਜਾਂ ਉਹ ਆਖੇਗਾ ਬਈ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਕਮਰੇ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ? ਨਾ ਜੀ, ਚੈੱਕ ਤਾਂ ਕੀਤਾ ਨਹੀਂ। ਉਹ ਜਿਹੜੇ ਸੋਫੇ ਪਏ ਆ ਤੁਹਾਡੇ ਕਮਰੇ 'ਚ, ਡਰਾਇੰਗ ਰੂਮ 'ਚ, ਜਿੱਥੋਂ ਤੁਸੀਂ ਕਹਿੰਦੇ ਆ ਵੀ ਦੁਰਗੰਧੀ ਆ ਰਹੀ ਆ, ਜਿਹੜਾ ਉੱਥੇ ਸੋਫਾ ਸੈੱਟ ਪਿਆ, ਜਿਹੜਾ ਟੇਬਲ ਪਿਆ ਉੱਥੇ, ਜਾਂ ਬੈਡਰੂਮ 'ਚੋਂ ਆਖਦੇ ਆ ਜਿਹੜੇ ਤੁਹਾਡੇ ਬੈੱਡ ਪਏ ਆ, ਜਿਹੜੀ ਅਲਮੀਰਾ ਪਈ ਆ, ਉਹਦੇ ਹੇਠਾਂ ਚੰਗੀ ਤਰ੍ਹਾਂ ਵੇਖਿਆ ਕੋਈ ਚੀਜ਼, ਕੋਈ ਜਾਨਵਰ, ਕੋਈ ਇੱਦਾਂ ਦੀ ਛਿਪਕਲੀ ਮਰੀ ਜਾਂ ਕੋਈ ਚੂਹਾ ਤਾਂ ਨਹੀਂ ਪਿਆ? ਦੇਖਿਆ ਤੁਸੀਂ? ਚੈੱਕ ਕੀਤਾ? ਤੁਸੀਂ ਆਖੋ ਨਾ ਅਸੀਂ ਤੇ ਨਹੀਂ ਚੈੱਕ ਕੀਤਾ, ਅਸੀਂ ਤੇ ਬਸ ਦੁਰਗੰਧੀ ਆਈ ਤੇ ਦੌੜ ਕੇ ਤੁਹਾਡੇ ਕੋਲ ਆ ਗਏ। ਇੱਦਾਂ ਥੋੜ੍ਹੀ ਕਰਦੇ ਆਪਾਂ, ਜ਼ਿੰਦਗੀ 'ਚ ਇੱਦਾਂ ਕਰਦੇ ਹਾਂ? ਕਿਤੇ ਨਹੀਂ ਕਰਦੇ। ਅਸੀਂ ਲੱਭਦੇ ਹਾਂ ਕਾਰਨ, ਵੀ ਕਾਰਨ ਕੀ ਹੈ? ਬਲਬ ਬੰਦ ਹੋ ਜਾਏ ਘਰ ਦਾ, ਰਾਤ ਨੂੰ ਕਮਰੇ 'ਚ ਬਲਬ ਬੰਦ ਹੋ ਜਾਏ, ਤੇ ਇੱਦਾਂ ਥੋੜ੍ਹੀ ਹੁੰਦਾ ਵੀ ਫਟ ਦੇਣ ਇਲੈਕਟ੍ਰੀਸ਼ੀਅਨ ਕੋਲ ਦੌੜ ਪਏ ਵੀ ਸਾਡੇ ਤੇ ਘਰ ਦੀ ਲਾਈਟ ਖਰਾਬ ਹੋ ਗਈ। ਇੱਦਾਂ ਕਰੀਦਾ ਕਿਤੇ? ਨਹੀਂ। ਪਹਿਲੇ ਬਲਬ ਚੈੱਕ ਕਰੀਦਾ, ਦੂਜਾ ਬਲਬ ਉਸ ਹੋਲਡਰ 'ਚ ਪਾ ਕੇ ਦੇਖੀਦਾ, ਫਿਰ ਸਵਿੱਚ ਆਨ ਆਫ ਕਰਕੇ ਵੇਖੀਦੀ ਹੈ। ਪਹਿਲੇ ਆਪ ਨੁਕਸ ਲੱਭਣ ਦੀ ਕੋਸ਼ਿਸ਼ ਕਰੀਦੀ ਹੈ, ਜਦੋਂ ਨਹੀਂ ਲੱਭ ਹੁੰਦਾ ਫਿਰ ਜਾ ਕੇ ਪੁੱਛੀਦਾ ਆ ਵੀ ਦੱਸੋ ਜੀ ਸਾਡੇ ਤੇ ਧਿਆਨ ਵਿੱਚ ਨਹੀਂ ਆਈ ਗੱਲ, ਹੁਣ ਤੁਸੀਂ ਦੱਸੋ। ਪਰ ਜਦੋਂ ਮਨ ਦੀ ਗੱਲ ਹੁੰਦੀ ਆ ਵੀ ਮਨ ਟਿਕਦਾ ਨਹੀਂ, ਅਸੀਂ ਆਪਣਾ ਸੈਲਫ ਅਧਿਐਨ ਤੇ ਕਰਦੇ ਹੀ ਨਹੀਂ ਆ। ਸਵੈ ਅਧਿਐਨ ਜਿਹੜਾ ਕਰਨਾ, ਅਸੀਂ ਸੈਲਫ ਐਨਾਲਿਸਿਸ ਜਿਹੜਾ ਅਸੀਂ ਕਰਨਾ, ਆਤਮ ਜਿਹੜਾ ਹੈਗਾ ਅਧਿਐਨ ਅਸੀਂ ਕਰਨਾ ਆ, ਆਪਣੇ ਆਪੇ ਨੂੰ ਚੀਨਣਾ ਆ ਜਿਹੜਾ, ਉਹ ਤੇ ਅਸੀਂ ਕਰਦੇ ਹੀ ਨਹੀਂ ਆ। ਅਸੀਂ ਤੇ ਦੌੜ ਪੈਂਦੇ ਹਾਂ ਵੀ ਦੱਸੋ ਜੀ ਸਾਨੂੰ ਆ ਦੱਸੋ, ਆਹ ਕਾਰਨ ਬਣ ਗਿਆ, ਸਥਿਤੀ ਬਣ ਗਈ, ਤੇ ਹੁਣ ਇਹਦੇ ਨਾਲ ਕਿਵੇਂ ਨਜਿੱਠਿਆ ਜਾਏ। ਪਾਤਸ਼ਾਹ ਕਹਿੰਦੇ ਕਾਰਨ ਲੱਭੋ, ਮਨ ਕਿਉਂ ਨਹੀਂ ਟਿਕਦਾ। ਇੱਕ ਦੋ ਕਾਰਨ ਗੁਰੂ ਸਾਹਿਬ ਨੇ ਦੱਸੇ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇੱਕ ਤੇ ਬਹੁਤ ਵੱਡਾ ਕਾਰਨ ਗੁਰੂ ਸਾਹਿਬ ਕਹਿੰਦੇ ਇਹ ਹੋ ਸਕਦਾ ਬਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਤ੍ਰਿਸ਼ਨਾ ਜਿਹੜੀ ਬੜੀ ਚੰਚਲ ਆ। ਪਿਛਲੇ ਸ਼ਬਦ ਵਿੱਚ ਆਪਾਂ ਗੱਲ ਕਰਕੇ ਆਏ ਆ ਨਾ ਮ੍ਰਿਗ ਤ੍ਰਿਸ਼ਨਾ ਦੀ, ਸੁਣੀ ਸੀ ਤੁਸੀਂ ਉਹ ਗੱਲ? ਨਹੀਂ ਸੁਣੀ ਤਾਂ ਸੁਣੋ ਜਾ ਕੇ। ਉੱਥੇ ਮ੍ਰਿਗ ਤ੍ਰਿਸ਼ਨਾ ਦੀ ਗੱਲ ਆਪਾਂ ਕੀਤੀ ਬਈ ਉਹ ਦੌੜਦਾ ਇੱਦਾਂ ਹੀ ਜਿਹੜੀ ਤ੍ਰਿਸ਼ਨਾ ਇੱਥੇ ਵਸੀ ਹੋਈ ਆ, ਮਨ 'ਚ ਟਿਕੀ ਪਈ ਆ, ਜਿਹਦੇ ਕਰਕੇ ਸੰਤੁਸ਼ਟੀ ਨਹੀਂ ਮਿਲ ਰਹੀ, ਅੱਗੇ ਦੀ ਅੱਗੇ ਵੱਧਦੇ ਦੌੜਦੇ ਜਾਂਦੇ ਹੋ, ਮਨ ਕਿੱਥੇ ਟਿਕੇਗਾ? ਮਨ ਦੇ ਨਾ ਟਿਕਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਇਹਦੇ 'ਚ ਤ੍ਰਿਸ਼ਨਾ ਭਰੀ ਪਈ ਹੋਵੇ, ਤੇ ਜਾਂ ਤੇ ਥਿਰ ਨਾ ਰਹਾਈ, ਜਿਹਦੇ ਕਰਕੇ ਥਿਰ ਨਹੀਂ ਰਹਿੰਦਾ, ਜਿਹਦੇ ਕਰਕੇ ਟਿਕਦਾ ਨਹੀਂ ਆ। ਕਦੀ ਝਾਤੀ ਮਾਰੀ ਆਪਣੇ ਅੰਦਰ, ਆਪਣੇ ਮਨ ਨੂੰ ਏਦਾਂ ਫਰੋਲ ਕੇ ਵੇਖਿਆ ਵੀ ਮਨਾ ਜੇ ਤੂੰ ਨਹੀਂ ਟਿਕਦਾ ਤੇ ਕਿਉਂ ਨਹੀਂ ਟਿਕਦਾ?
ਜੇ ਤੇਰਾ ਨਹੀਂ ਚਿੱਤ ਲੱਗ ਰਿਹਾ, ਕਿਉਂ ਨਹੀਂ ਲੱਗ ਰਿਹਾ? ਜੇ ਨਹੀਂ ਤੂੰ ਕੰਮ ਦੇ ਵਿੱਚ ਕੰਫਰਟੇਬਲ ਮਹਿਸੂਸ ਕਰ ਰਿਹਾ, ਕਿਉਂ ਨਹੀਂ ਕਰ ਰਿਹਾ? ਕਾਰਨ ਕੀ ਆ ਉੱਥੇ? ਉਹ ਕਦੀ ਆਪਣੇ ਆਪੇ ਤੇ ਕੰਮ ਕਰਕੇ ਵੇਖਿਓ। ਮਹਾਰਾਜ ਕਹਿੰਦੇ ਦੂਜੀ ਗੱਲ, ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਿਹੇ ਸੁਧ ਸਭ ਵਿਸਰਾਈ। ਕਠਨ ਕ੍ਰੋਧ, ਕ੍ਰੋਧ ਜਿਹੜਾ ਬੜਾ ਕਠਿਨ ਆ, ਸਖਤ ਆ, ਬੜਾ ਭੈੜਾ ਆ, ਘਟ ਹੀ ਕੇ ਭੀਤਰ, ਉਹ ਵੀ ਕਿਤੇ ਅੰਦਰ ਪਿਆ ਹੋਣਾ ਮਨ ਵਿੱਚ, ਗੁੱਸਾ, ਅਹੰਕਾਰ, ਕ੍ਰੋਧ, ਜਿਹਦੇ ਕਰਕੇ ਸੁਧ ਸਭ ਵਿਸਰਾਈ, ਸਾਰੀ ਅਕਲ, ਸੁਧ ਮਤ ਸਾਰੀ ਗਈ। ਕ੍ਰੋਧ ਅੰਦਰ ਪਿਆ ਹੋਣ ਕਰਕੇ ਬਦਲੇ ਦੀ ਭਾਵਨਾ ਵਿੱਚ ਤੂੰ ਜਿਉਂਦਾ ਰਹਿਣਾ ਆ। ਫਲਾਣੇ ਬੰਦੇ ਨੇ ਫਲਾਣੀ ਥਾਂ ਤੇ ਮੈਨੂੰ ਇੱਦਾਂ ਆਖਿਆ ਸੀ, ਲੈ ਹੁਣ ਮੇਰੇ ਹੱਥ ਮੌਕਾ ਆਉਣ ਦੇ ਤੇ ਮੈਂ ਵੇਖਾਂਗਾ। ਫਿਰ ਉਸੇ ਬਦਲੇ ਦੀ ਭਾਵਨਾ 'ਚ ਦਿਨ ਵੀ, ਰਾਤ ਵੀ, ਸਵੇਰ ਵੀ, ਸ਼ਾਮ ਵੀ, ਦੁਪਹਿਰਾ ਵੀ, ਸਵੇਰਾ ਵੀ, ਸਭ ਉਸੇ ਬਦਲੇ ਦੀ ਭਾਵਨਾ 'ਚ ਮਨੁੱਖ ਦਾ ਬੀਤਦਾ ਜਾਂਦਾ ਆ ਕ੍ਰੋਧ ਕਰਕੇ। ਜਦ ਕਿ ਇਹ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ ਵੀ ਜੇ ਬੰਦੇ ਨੇ ਮੈਨੂੰ ਗੱਲ ਆਖੀ, ਕਿਤੇ ਮੈਂ ਤੇ ਗਲਤ ਨਹੀਂ ਸੀ ਉੱਥੇ। ਜੇ ਮੈਂ ਖੁਦ ਗਲਤ ਸੀ, ਮੈਨੂੰ ਕਹਿ ਗਿਆ ਤੇ ਠੀਕ ਹੈ, ਮੇਰੀ ਗਲਤੀ ਸੀ। ਜੇ ਨਹੀਂ ਸੀ ਤੇ ਫਿਰ ਮੈਂ ਬੈਠ ਕੇ ਗੱਲ ਕਰ ਲਵਾਂਗਾ, ਤੇ ਜਦੋਂ ਤੱਕ ਮੈਂ ਗੱਲ ਨਹੀਂ ਕਰ ਪਾਉਂਦਾ ਉਦੋਂ ਤੱਕ ਮੈਂ ਆਪਣੇ ਮਨ 'ਚੋਂ ਇਸ ਗੱਲ ਨੂੰ ਪਰੇ ਕਰ ਦਿਆਂ, ਆਪਣੀ ਜ਼ਿੰਦਗੀ ਆਰਾਮ ਨਾਲ ਜੀਵਾਂ। ਕਿਉਂ ਆਪਣੇ ਆਪ ਨੂੰ ਦੁਖੀ ਕਰ ਰੱਖਿਆ? ਕਿਉਂ ਮਨ ਵਿੱਚ ਉਹ ਗੱਲਾਂ ਰੱਖ ਰੱਖ ਕੇ ਮਨ ਏਦਾਂ ਉਚਾਟ ਹੋਇਆ ਪਿਆ ਆ? ਕਠਨ ਕ੍ਰੋਧ ਘਟ ਹੀ ਕੇ, ਕ੍ਰੋਧ ਅੰਦਰ ਬੈਠਿਆ ਹੋਇਆ ਆ। ਉਹ ਕ੍ਰੋਧ ਕਰਕੇ, ਬਦਲੇ ਦੀ ਭਾਵਨਾ ਕਰਕੇ, ਗੁੱਸੇ ਕਰਕੇ, ਹੰਕਾਰ ਕਰਕੇ ਸੁਧ ਸਭ ਵਿਸਰਾਈ। ਉਹ ਖਬਰ ਸਾਰੇ ਨਹੀਂ ਆਲੇ ਦੁਆਲੇ ਕੀ ਹੋ ਰਿਹਾ। ਅਗਲੀ ਗੱਲ, ਮਹਾਰਾਜ ਕਹਿੰਦੇ ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਉ ਕਛ ਨਾ ਵਸਾਈ। ਰਤਨ ਗਿਆਨ, ਜਿਹੜਾ ਗਿਆਨ ਰਤਨ ਅੰਦਰ ਪਿਆ ਸੀ, ਸ਼ੁੱਧ ਮਤ ਅੰਦਰ ਪਈ ਸੀ, ਸਭ ਕੋ ਹਿਰ ਲੀਨਾ, ਉਹ ਚੋਰੀ ਕਰ ਲਿਆ, ਉਹ ਖਤਮ ਕਰ ਦਿੱਤਾ ਅੰਦਰੋਂ। ਕ੍ਰੋਧ ਨੇ, ਤ੍ਰਿਸ਼ਨਾ ਨੇ, ਜਾਂ ਜਿਹੜੀ ਵੀ ਤੁਸੀਂ ਆਪਣੇ ਅੰਦਰ ਝਾਤੀ ਮਾਰਨਾ ਆ ਵੀ ਜਿਹੜੀ ਵੀ ਕੋਈ ਮੰਦੀ ਮੱਤ ਇੱਥੇ ਅੰਦਰ ਟਿਕੀ ਹੋਈ ਆ, ਉਸ ਮੰਦੀ ਮੱਤ ਨੇ ਚੰਗੇ ਖਿਆਲਾਂ ਨੂੰ ਖਤਮ ਕਰ ਦਿੱਤਾ। ਚੰਗੇ ਖਿਆਲ ਕਿਹੜੇ ਨੇ? ਵੀ ਜ਼ਿੰਦਗੀ ਦੀ ਹਰ ਨਵੀਂ ਸਵੇਰ ਕੋਈ ਨਵਾਂ ਸੁਨੇਹਾ ਸਾਨੂੰ ਦੇ ਰਹੀ ਆ। ਉਹ ਤੇ ਖਤਮ ਹੀ ਹੋ ਗਈ ਗੱਲ। ਉੱਠਦਿਆਂ ਸਾਰ ਫਿਰ ਉਹੀ ਪੁਰਾਣੀ ਰੀਲ ਚੜੀ ਹੁੰਦੀ ਆ, ਫਿਰ ਉਹੀ ਗੱਲਾਂ ਘੁੰਮ ਰਹੀਆਂ ਹੁੰਦੀਆਂ ਨੇ। ਗੁਰੂ ਸਾਹਿਬ ਕਹਿੰਦੇ ਥੋੜ੍ਹਾ ਜਿਹਾ ਸਮਝੋ, ਆਪਣੇ ਮਨ 'ਤੇ ਕੰਮ ਕਰੋ, ਤਾਂ ਸਿਉ ਕਛ ਨਾ ਵਸਾਈ। ਇਹੋ ਜਿਹੀ ਹਾਲਤ ਵਿੱਚ ਫਿਰ ਮਨੁੱਖ ਦਾ ਆਪਣਾ ਕੋਈ ਵਸ ਨਹੀਂ ਚੱਲਦਾ, ਤੇ ਫਿਰ ਉਹ ਸਾਧਨ ਜਿਹੜੇ ਅਪਣਾਉਂਦਾ। ਹੁਣ ਉਹਨਾਂ ਸਾਧਨਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਕਹਿੰਦੇ ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਮਨ ਦੀ ਇਸ ਅਵਸਥਾ ਨੂੰ ਕੰਟਰੋਲ ਕਰਨ ਲਈ, ਮਨ ਨੂੰ ਸਮਝਣ ਦੀ ਥਾਂ 'ਤੇ, ਜਿੱਥੇ ਸਮੱਸਿਆ ਹੈ ਉਸ ਸਮੱਸਿਆ ਨਾਲ ਨਜਿੱਠਣ ਦੀ ਥਾਂ 'ਤੇ ਕੀਤਾ ਕਿ ਜੋਗੀ ਯਤਨ ਕਰਤ ਸਭ ਹਾਰੇ। ਯੋਗੀਆਂ ਨੇ ਆਪਣੇ ਆਸਣ ਲਾਏ, ਸਮਾਧੀਆਂ ਲਾਈਆਂ, ਮੰਤਰ ਜਾਪ ਕੀਤੇ, ਪਰ ਮਨ 'ਤੇ ਕੰਮ ਨਹੀਂ ਕੀਤਾ। ਇਹ ਨਹੀਂ ਜਾਣਿਆ ਸਮੱਸਿਆ ਕਿੱਥੇ ਆ, ਇਹ ਨਹੀਂ ਜਾਣਿਆ ਮਨ ਦੌੜ ਭੱਜ ਕਿਉਂ ਕਰਦਾ। ਨਹੀਂ, ਬਸ ਮੰਤਰ ਪੜ੍ਹ ਪੜ੍ਹ ਕੇ ਮਨ ਨੂੰ ਟਿਕਾਉਣਾ, ਖਿੱਚਣਾ ਮਨ ਨੂੰ। ਏਦਾਂ ਮਨ ਕਿਸੇ ਹੋਰ ਪਾਸੇ ਦੌੜਦਾ, ਇਹਨੇ ਖਿੱਚਣਾ। ਇਹ ਨਹੀਂ ਵੇਖ ਰਿਹਾ ਵੀ ਦੌੜਦਾ ਕਿਉਂ ਆ। ਜਿਸ ਕਾਰਨ ਕਰਕੇ ਦੌੜ ਰਿਹਾ, ਉਹ ਕਾਰਨ ਨੂੰ ਖਤਮ ਕਰ ਦੇ ਤੇ ਆਪੇ ਟਿਕ ਜਾਏਗਾ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਿਹੜੇ ਗੁਣ ਗਾਉਣ ਵਾਲੇ ਗੁਣੀ ਨੇ, ਉਹ ਵੀ ਰਹਿ ਗਏ ਗੁਣ ਗਾ ਗਾ ਕੇ। ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਵੀ ਨਹੀਂ ਟਿਕ ਸਕਿਆ। ਕਾਰਨ, ਕਿਉਂਕਿ ਮਨ ਨੂੰ ਟਿਕਾਉਣ ਦਾ ਉਹ ਤਰੀਕਾ ਹੀ ਹੋਰ ਅਪਣਾ ਬੈਠੇ। ਮਨ ਨੂੰ ਕੰਟਰੋਲ ਵਿੱਚ ਕਰਨ ਦਾ, ਮਨ ਦੇ ਵਿੱਚ ਇਕਾਗਰਤਾ ਲੈ ਕੇ ਆਉਣ ਦਾ ਤਰੀਕਾ ਹੀ ਉਹਨਾਂ ਨੇ ਹੋਰ, ਪ੍ਰੈਕਟਿਸ ਉਹ ਕੋਈ ਹੋਰ ਕਰ ਰਹੇ ਨੇ, ਜਿਸ ਕਰਕੇ ਗੱਲ ਨਹੀਂ ਬਣ ਰਹੀ। ਲਾਸਟ ਤੁਕ ਹੈ, ਜਨ ਨਾਨਕ ਹਰਿ ਭਏ ਦਇਆਲਾ, ਤਉ ਸਭ ਬਿਧ ਬਨ ਆਈ। ਜਨ ਨਾਨਕ, ਨੌਵੇਂ ਪਾਤਸ਼ਾਹ ਕਹਿ ਰਹੇ ਨੇ, ਹਰਿ ਭਏ ਦਇਆਲਾ, ਜਦੋਂ ਹਰੀ ਪਰਮੇਸ਼ਰ ਜੋ ਸਰਵ ਵਿਆਪਕ ਈਸ਼ਵਰ ਹਨ, ਭਏ ਦਇਆਲਾ, ਜਦੋਂ ਦਇਆਵਾਨ ਹੋ ਜਾਂਦੇ ਹੈ, ਅਸੀਂ ਪਰਮੇਸ਼ਰ ਨਾਲ ਜੁੜ ਜਾਂਦੇ ਹਾਂ, ਰਮਈਆ ਨਾਲ ਜੁੜ ਜਾਂਦੇ ਹਾਂ, ਰਮੇ ਹੋਏ ਰਾਮ ਨਾਲ। ਕਣ ਕਣ ਵਿੱਚੋਂ ਉਸ ਦੀ ਜੋਤ ਦਾ ਅਹਿਸਾਸ ਸਾਨੂੰ ਹੁੰਦਾ ਆ। ਤਾਂ ਉਹ ਸਭ ਬਿਧ ਬਨ ਆਈ। ਫਿਰ ਸਾਰੇ ਉਹ ਤਰੀਕੇ ਬਣ ਜਾਂਦੇ ਆ ਜਿਨ੍ਹਾਂ ਤਰੀਕਿਆਂ ਨਾਲ ਮਨ ਨੇ ਟਿਕਣਾ ਹੁੰਦਾ। ਫਿਰ ਉਹ ਸਾਰੇ ਤਰੀਕੇ ਲੱਭ ਜਾਂਦੇ ਨੇ, ਫਿਰ ਉਹ ਸਾਰੇ ਤੋੜ ਲੱਭ ਲੈ ਜਾਂਦੇ ਨੇ, ਸਾਰੇ ਹੱਲ ਲੱਭ ਲੈ ਜਾਂਦੇ ਨੇ। ਫਿਰ ਇਹ ਨਹੀਂ ਹੁੰਦਾ ਵੀ ਮਨ ਟਿਕਦਾ ਨਹੀਂ ਹੈ, ਨਹੀਂ, ਫਿਰ ਤੇ ਮਨ ਟਿਕਿਆ ਹੁੰਦਾ, ਭਾਵੇਂ ਕੰਮ ਕਰਦਾ ਉੱਥੇ ਵੀ। ਪੜ੍ਹਦੇ ਹਾਂ ਨਾ ਸ਼ਬਦ ਨਾਮਦੇਵ ਜੀ ਦਾ, ਆਨੀਲੇ ਕਾਗਦ ਕਾਟੀਲੇ ਗੂਡੀ, ਆਕਾਸ਼ ਮਦੇ ਭਰਮੀ ਅਲੇ, ਪੰਜ ਜਨਾ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਵੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ।
ਕਿੰਨੀ ਪਿਆਰੀ ਜੀ ਉਦਾਹਰਣ ਦੇ ਕੇ ਇੱਥੋਂ ਨਾਮਦੇਵ ਜੀ ਨੇ ਸਾਨੂੰ ਸਮਝਾਇਆ ਆ ਵੀ ਮਨ ਕਿਵੇਂ ਟਿਕਣਾ ਆ। ਜਿਵੇਂ ਨਿਆਣੇ ਪਤੰਗ ਉਡਾਉਂਦੇ ਨੇ, ਧਿਆਨ ਉਹਨਾਂ ਦਾ ਡੋਰੀ 'ਚ ਤੇ ਆਸੇ-ਪਾਸੇ ਵੀ ਹੈਗਾ, ਪਰ ਕੰਸਨਟ੍ਰੇਸ਼ਨ ਜਿਹੜੀ ਹੈਗੀ ਉਹ ਚੱਲ ਰਹੇ ਕਾਰਜ ਵਿੱਚ, ਭਾਵ ਪ੍ਰੈਜ਼ੈਂਟ ਵਿੱਚ ਜਿਉਣਾ, ਪਾਸਟ ਵਿੱਚ ਜਾਂ ਫਿਊਚਰ ਵਿੱਚ ਨਹੀਂ। ਪ੍ਰੈਜ਼ੈਂਟ ਵਿੱਚ ਜਿਉਣ ਦੀ ਜਾਂਚ ਜਿਹਨੂੰ ਆ ਜਾਏ ਨਾ, ਉਹਦਾ ਮਨ ਕਦੀ ਦੌੜਦਾ ਨਹੀਂ, ਕਦੀ ਡੋਲਦਾ ਨਹੀਂ, ਕਦੀ ਉਹਦੇ ਵਿੱਚ ਇੱਦਾਂ ਉਜਾਣ ਨਿਵਾਣ ਨਹੀਂ ਆਉਂਦੀ। ਉਹਦਾ ਮਨ ਤੇ ਇੱਦਾਂ ਪੱਧਰਾ ਹੁੰਦਾ, ਜਿਵੇਂ ਫਰੀਦ ਸਾਹਿਬ ਨੇ ਆਖਿਆ, ਮਨ ਮੈਦਾਨ ਕਰ ਟੋਏ ਟਿੱਬੇ ਲਾ। ਮਨ ਤੇ ਇੱਦਾਂ ਪੱਧਰਾ ਹੋ ਜਾਂਦਾ, ਟਿਕ ਜਾਂਦਾ। ਸੋ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਪਾਤਸ਼ਾਹ, ਉਹਨਾਂ ਨੇ ਮਨ ਨੂੰ ਟਿਕਾਉਣ ਦੀ ਬੜੀ ਪਿਆਰੀ ਜਿਹੀ ਜਾਂਚ ਇੱਥੇ ਸਾਨੂੰ ਸਿਖਾਲੀ ਆ, ਜਿਹਦੀ ਆਪਾਂ ਕੋਸ਼ਿਸ਼ ਕੀਤੀ ਆ ਥੋੜ੍ਹੇ ਜਿਹੇ ਸਮੇਂ ਵਿੱਚ ਵਿਚਾਰ ਕਰਨ ਦੀ। ਸੋ ਜੇ ਤੇ ਇਹ ਨੁਕਤਾ ਪਕੜ ਵਿੱਚ ਆ ਗਿਆ ਫਿਰ ਤੇ ਮਨ ਟਿਕ ਜਾਏਗਾ, ਜੇ ਇਹ ਨੁਕਤਾ ਸਾਡੀ ਪਕੜ ਵਿੱਚ ਨਹੀਂ ਆ ਸਕਿਆ ਫਿਰ ਤੇ ਭਾਈ ਇਹ ਮਨ ਗਹਿਓ ਨਾ ਜਾਈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਜਿਹੜੀ ਬਹੁਤੇ ਲੋਕਾਂ ਦੀ ਸਮੱਸਿਆ ਆ, ਫਿਰ ਉਹੀ ਸਮੱਸਿਆ ਤੁਹਾਡੀ ਬਣ ਜਾਣੀ ਆ। ਸੋ ਮਨ ਨੂੰ ਜੇ ਗਹਿਣਾ ਆ, ਮਨ ਨੂੰ ਜੇ ਟਿਕਾਉਣਾ ਆ, ਮਨ ਨੂੰ ਜੇ ਵਸ ਵਿੱਚ ਕਰਨਾ ਆ, ਤਾਂ ਸਭ ਤੋਂ ਪਹਿਲਾਂ ਜ਼ਰੂਰੀ ਨੁਕਤਾ ਇਹ ਹੈ ਸਮਝਣਾ ਵੀ ਮਨ ਭਟਕਦਾ ਕਿਉਂ ਆ। ਜੋ ਕਾਰਨ ਲੱਭ ਲਿਆ, ਡਾਕਟਰ ਅਸਲ ਵਿੱਚ ਦਵਾਈ ਬਿਮਾਰੀ ਦਾ ਕਾਰਨ ਲੱਭ ਕੇ ਦਿੰਦੇ ਆ। ਇਹ ਥੋੜ੍ਹੀ ਵੀ ਤੁਸੀਂ ਡਾਕਟਰ ਦੀ ਦੁਕਾਨ 'ਤੇ ਗਏ, ਡਾਕਟਰ ਸਾਹਿਬ ਮੈਂ ਬਿਮਾਰ ਹਾਂ ਜੀ, ਅਤੇ ਉਹਨੇ ਮਾਰਿਆ ਹੱਥ, ਜਿਹੜੀ ਗੋਲੀ ਹੱਥ ਜਾ ਕੇ ਤੇ ਜਾ ਕੇ ਫੜਾ ਦਿੱਤੀ। ਇੱਦਾਂ ਹੁੰਦਾ ਨਹੀਂ, ਉਹ ਪਹਿਲੇ ਡਾਇਗਨੋਜ਼ ਕਰਦਾ, ਉਹ ਤੁਹਾਡਾ BP ਚੈੱਕ ਕਰਦਾ, ਉਹ ਪਲਸ ਰੇਟ ਚੈੱਕ ਕਰਦਾ, ਤੁਹਾਡਾ ਟੈਂਪਰੇਚਰ ਚੈੱਕ ਕਰਦਾ, ਫਿਰ ਉਹ ਪਤਾ ਕਰਦਾ ਹੈ ਵੀ ਸਮੱਸਿਆ ਕਿੱਥੇ ਆ, ਅਤੇ ਫਿਰ ਜਿਹੜੀ ਸਮੱਸਿਆ ਹੁੰਦੀ, ਜਿਹੜਾ ਕੋਈ ਸਾਲਟ ਘਟਿਆ ਵਧਿਆ ਹੁੰਦਾ, ਫਿਰ ਉਹਦੀ ਉਹ ਦਵਾਈ ਦੇ ਦਿੰਦਾ। ਸਰੀਰ ਦੇ ਅੰਦਰ ਜਿਹੜੀ ਕੋਈ ਹੋਈ ਹੁੰਦੀ ਹਿਲਜੁਲ, ਉਹਨੂੰ ਠੀਕ ਕਰਨ ਲਈ ਉੱਦਾਂ ਦਾ ਉਹ ਸਾਲਟ ਉੱਦਾਂ ਦੇ ਉਹ ਦੇ ਦਿੰਦਾ ਆ, ਜਿਹਨੂੰ ਖਾ ਕੇ ਫਿਰ ਸਾਡਾ ਸਰੀਰ ਤੰਦਰੁਸਤ ਹੋ ਜਾਂਦਾ। ਡਾਇਗਨੋਸ ਕਰਨਾ ਉਹ ਬੜਾ ਜ਼ਰੂਰੀ ਹੈ। ਇਹਨੂੰ ਅਸੀਂ ਮਨ ਦੇ ਵਿਸ਼ੇ 'ਤੇ ਆ ਕੇ ਮਿਸ ਕਰ ਜਾਂਦੇ ਹਾਂ, ਇਹ ਪੁਆਇੰਟ ਨੂੰ ਸਕਿਪ ਕਰ ਜਾਂਦੇ ਹਾਂ, ਜਿਹਦੇ ਕਰਕੇ ਟਿਕਾਅ ਵਾਲੇ ਪਾਸਿਓਂ ਅਸੀਂ ਖੁੰਝ ਜਾਂਦੇ ਹਾਂ। ਸੋ ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚੋਂ ਮਨ ਦੇ ਟਿਕਾਅ ਦੀ ਜੁਗਤ ਸਾਨੂੰ ਦੱਸੀ ਹੈ। ਯਤਨ ਕਰਨਾ ਹੈ ਆਪਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਦਰਸਾਏ ਹੋਏ ਇਸ ਸ਼ਬਦ ਦੇ ਉੱਪਰ ਆਪਾਂ ਅਮਲ ਕਰ ਸਕੀਏ। ਸੋ ਇਸ ਹਿੱਸੇ ਵਿੱਚ ਇੱਕ ਸ਼ਬਦ ਦੀ ਵਿਆਖਿਆ ਆਪਾਂ ਕੀਤੀ। ਅਗਲੇ ਹਿੱਸੇ ਵਿੱਚ ਅਗਲਾ 5 ਨੰਬਰ ਸ਼ਬਦ ਆਪਾਂ ਸਾਂਝਾ ਕਰਾਂਗੇ। ਇੱਦਾਂ ਹੀ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।